किते ऐ तां नहीं कि फिर गेंद केंद्र सरकार ते सिੱਟ ਦਿੱਤੀ ਜਾਊਗੀ। देखो जी, क्योंकि अक्सर ਆਪਾਂ ਇਹ ਦੇਖਦੇ ਹਾਂ ਦਿੱਲੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਚੀਜ਼ ਨਹੀਂ ਹੁੰਦੀ, ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਜਾਣਬੁੱਝ ਕੇ, ਪਰ ਜਿਹੜੀ ਚੀਜ਼ ਨਹੀਂ ਹੁੰਦੀ ਉੱਥੇ ਇਹ ਦੇਖਿਆ ਜਾਂਦਾ ਵੀ ਅੜਚਨ ਕੇਂਦਰ ਸਰਕਾਰ ਪਾ ਦਿੰਦੀ ਹੈ। ਆਮ ਆਦਮੀ ਪਾਰਟੀ ਨੇ ਕਦੇ ਵੀ ਕੋਈ ਗਲਤ ਇਲਜ਼ਾਮ ਕੇਂਦਰ ਸਰਕਾਰ ਤੇ ਨਹੀਂ ਲਾਇਆ। अब केंद्र की जिहड़ी बीजेपी की सरकार है वो संघवाद दे विश्वास नहीं रखती पूरी तरह। मैं तुहानूं स्पष्ट कह रहा तुहाडे च उन्होंने सब तो वड्डा खतरा अज आम आदमी पार्टी को नज़र आया। जिहड़ी हुण LG साहब की गल है, LG नूं कौन अपॉइंट करता है? केंद्र सरकार। केंद्र च कौन है? बीजेपी की सरकार। पर उन्होंने आपकी सियासत बड़ी सही तरीके नाल करते हैं, इन्वेस्टमेंट भी लै लैंदे ने, कोई रोला रप्पा भी नहीं। तो तुसी देखो, तुहानूं किते नहीं लगता कि ये सिर्फ आम आदमी पार्टी ही क्यों ब्लेम करती है कि सानू केंद्र सरकार किते ना किते रोड़े अड़ांदी है? बीजेपी ने बहुत कोशिश कर ली, दिल्ली दे विच भी आम आदमी पार्टी नूं डिरेल करन दी नहीं कर पाए, पंजाब च भी डिरेल करन दी नहीं कर पाए। जिथे जिथे विरोधी पार्टियां दी सरकार है, जिद्दां महाराष्ट्र च सीगा, मध्य प्रदेश च सीगा, ਉੱਥੇ ਉਹਨਾਂ ਦੇ ਕਾਂਗਰਸ ਦੇ MLA ਸ਼ਾਮਿਲ ਕਰਕੇ ਕਿਸੇ ਵੀ ਕਾਰਨਵਸ ਪਰਦੇ ਪਿੱਛੇ ਕੀ ਹੈ ਉਹ ਆਪਾਂ ਨਾ ਉਸ ਲੰਬੀ ਗੱਲ 'ਚ ਜਾਈਏ, ਉਹਨਾਂ ਨੂੰ ਸ਼ਾਮਿਲ ਕਰਕੇ ਆਪਣੀਆਂ ਸਰਕਾਰਾਂ ਬਣਾ ਲੀਆਂ। ਪਰ ਜਿਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜ਼ਮੀਨੀ ਪੱਧਰ ਤੇ ਦਿਖੇਗਾ, ਕਿਉਂਕਿ ਹਾਲੇ ਤੱਕ ਇਹੋ ਜਿਹਾ ਨਾ ਤਾਂ ਕਾਂਗਰਸ ਦੀ ਸਰਕਾਰ 'ਚ ਹੋਇਆ ਤੇ ਨਾ ਅਕਾਲੀਆਂ ਦੀ ਸਰਕਾਰ 'ਚ ਹੋਇਆ। ਡਾਟਾ ਤੁਸੀਂ ਸ਼ੇਅਰ ਕਰ ਰਹੇ ਹੋ। बिल्कुल बिल्कुल पूरी तरह ट्रांसपेरेंटली जमीनी पद्धर ते काम हो रहा है और जो MOU साइन होणगे वो भी वक्त टू वक्त टाइम टू टाइम सारिਆਂ ਨੂੰ ਦੱਸੇ ਜਾਣਗੇ। ਸਤਿ ਸ਼੍ਰੀ ਅਕਾਲ, ਮੈਂ ਹਸਵਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਡ ਦਾ ਵੇ। ਜਿਵੇਂ ਜਿਵੇਂ 23 ਤਰੀਕ ਨੇੜੇ ਆ ਰਹੀ ਹੈ, ਆਮ ਆਦਮੀ ਪਾਰਟੀ ਤੇ ਮੌਜੂਦਾ ਸਰਕਾਰ, ਸੂਬਾ ਸਰਕਾਰ ਇਸ ਤੇ ਬਹੁਤ ਜ਼ੋਰ ਲਾ ਰਹੀ ਹੈ ਕਿ ਐਤਕੀ ਜਿਹੜਾ ਨਿਵੇਸ਼ ਪੰਜਾਬ ਹੋ ਰਿਹਾ ਹੈ, ਇਨਵੈਸਟ ਪੰਜਾਬ ਹੋ ਰਿਹਾ ਹੈ, ਇਸ ਦੇ ਵਿੱਚ ਇੱਕ ਬਹੁਤ ਵੱਡੀ ਰਕਮ ਆਏਗੀ, ਬਹੁਤ ਵੱਡੇ ਇਨਵੈਸਟਰਸ ਆਣਗੇ, ਦਾਅਵੇ ਕੀਤੇ ਜਾ ਰਹੇ ਨੇ। ਅੱਜ ਵੀ ਭਗਵੰਤ ਮਾਨ ਜੀ ਨੇ ਇਸ ਬਾਬਤ ਪ੍ਰੈਸ ਕਾਨਫਰੰਸ ਕਰਦੇ ਹੋਏ ਇੱਕ ਖੁਲਾਸੇ ਕੀਤੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ 10 ਮਹੀਨਿਆਂ ਦੇ ਅੰਦਰ ਜਿੰਨਾ ਅਸੀਂ ਨਿਵੇਸ਼ ਲੈ ਕੇ ਆਏ ਹਾਂ, ਲਗਭਗ ਉਸ ਤੋਂ ਦੁੱਗਣਾ ਨਿਵੇਸ਼ ਅਸੀਂ 2 ਦਿਨਾਂ ਦੇ ਵਿੱਚ ਲੈ ਆਵਾਂਗੇ। ਹੁਣੇ ਤਾਂ ਸਮਾਂ ਦੱਸੇਗਾ ਕਿ ਕੀ ਕੁਝ ਨਿਵੇਸ਼ ਹੋਇਆ ਤੇ ਬਾਅਦ ਦੇ ਵਿੱਚ ਸਿਰਫ MOU ਤੱਕ ਤਾਂ ਨਹੀਂ ਗੱਲ ਰਹਿ ਗਈ, ਵਾਕਈ ਐਗਜ਼ੀਕਿਊਟ ਹੋ ਚੁੱਕਿਆ ਕਿ ਨਹੀਂ, ਕਿਉਂਕਿ ਦਾਅਵੇ ਹਾਲੇ ਤੱਕ ਪਿਛਲੀਆਂ ਸਰਕਾਰਾਂ ਨੇ ਵੀ ਬਹੁਤ ਕੀਤੇ ਸੀ। ਤੇ ਅੱਜ ਇਸੇ ਤੇ ਆਪਣੇ ਨਾਲ ਚਰਚਾ ਕਰਨਗੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਿਕਰਮਜੀਤ ਸਿੰਘ ਪਾਸੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਪਾਸੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ। ਪਰਮਾਤਮਾ ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਖੁਸ਼ੀਆਂ ਦੇਵੇ, ਖੇੜੇ ਦੇਵੇ ਔਰ ਪੂਰਾ ਜਿਹੜਾ ਰੰਗਲਾ ਪੰਜਾਬ ਦਾ ਸੁਪਨਾ ਸਾਡਾ ਜਲਦ ਪੂਰਾ ਕਰੇ। ਬਿਲਕੁਲ, ਪਹਿਲੀ ਪੀੜ੍ਹੀ 23 ਤਰੀਕ ਨੂੰ ਸ਼ੁਰੂਆਤ ਹੋ ਜਾਣੀ ਹੈ ਕਿ ਕਿਉਂਕਿ ਬੜੀਆਂ ਆਸਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਤੇ ਬੜੀਆਂ ਆਸਾਂ ਪੰਜਾਬੀਆਂ ਨੂੰ ਵੀ ਨੇ, ਕਿਉਂਕਿ ਬਹੁਤ ਜ਼ੋਰ ਲਾਇਆ ਹੋਇਆ, ਕਿਉਂਕਿ ਭਗਵੰਤ ਮਾਨ ਜੀ ਜਰਮਨੀ ਤੱਕ ਸਾਰੇ ਪਾਸੇ ਘੁੰਮ ਆਏ। ਆਪਾਂ ਜੇ ਭਾਰਤ ਦੀ ਗੱਲ ਕਰ ਲਈਏ ਤਾਂ ਮੁੰਬਈ ਦੇ ਵਿੱਚ ਹਰੇਕ ਘੁੰਮ ਆਏ, ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਹੇ ਨੇ ਕਿ ਕਿਸੇ ਵੀ ਤਰੀਕੇ ਨਾਲ ਇਸ ਨੂੰ ਸਕਸੈਸਫੁਲ ਬਣਾਇਆ ਜਾ ਸਕੇ। ਤੇ ਦਾਅਵੇ ਵੀ ਅੱਜ ਉਹਨਾਂ ਨੇ ਉਹੀ ਕੀਤੇ ਕਿ ਅਸੀਂ ਲਗਭਗ 10 ਮਹੀਨਿਆਂ 'ਚ ਜਿੰਨਾ ਨਿਵੇਸ਼ ਲੈ ਕੇ ਆਏ ਉਸ ਤੋਂ ਦੁੱਗਣਾ ਨਿਵੇਸ਼ ਲੈ ਕੇ ਆਵਾਂਗੇ। ਕਿਵੇਂ ਲੱਗ ਰਹੀਆਂ ਤਿਆਰੀਆਂ? ਬਿਲਕੁਲ ਸਰ, ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਭਗਵੰਤ ਮਾਨ ਜੀ ਨੇ ਜਿੱਦਾਂ ਕਹਿੰਦੇ ਨਾ ਜੀ ਕਿ ਹਰ ਕਾਰਨਰ ਟੱਚ ਕੀਤਾ। ਜਿੱਦਾਂ ਤੁਸੀਂ ਦੱਸਿਆ ਚੇਨਈ ਗਏ, ਮੁੰਬਈ ਗਏ, ਜਰਮਨੀ ਗਏ, ਬੈਂਗਲੋਰ ਗਏ, ਹੈਦਰਾਬਾਦ ਗਏ, ਆਪ ਜਾ ਕੇ ਉਹਨਾਂ ਨੇ ਉੱਥੇ ਇੰਡਸਟਰੀਲਿਸਟ ਦੇ ਨਾਲ ਇੰਟਰੈਕਟਸ ਕੀਤੀਆਂ, ਗੱਲਬਾਤ ਕੀਤੀ, ਉਹਨਾਂ ਨੂੰ ਪੰਜਾਬ 'ਚ ਆਉਣ ਲਈ ਉਤਸ਼ਾਹਿਤ ਕੀਤਾ, ਉਹਨਾਂ ਨੂੰ ਦੱਸਿਆ ਕਿ ਅਸੀਂ ਜਿਹੜੀ ਇੰਡਸਟਰੀਅਲ ਪਾਲਿਸੀ ਜਿਹੜੀ ਹੁਣੇ ਪਿਛਲੇ ਦਿਨੀ ਅਨਾਊਂਸ ਹੋਈ ਹੈ, ਉਹਨਾਂ ਨੂੰ ਦੱਸਿਆ ਕਿ ਇਹ ਚੀਜ਼ ਅਸੀਂ ਤੁਹਾਨੂੰ ਉੱਥੇ ਫੈਸਿਲਿਟੀਜ਼ ਦੇ ਰਹੇ ਹਾਂ ਔਰ ਉਹਦਾ ਤੁਸੀਂ ਰਿਜ਼ਲਟ ਵੀ ਦੇਖੋ। ਬੜਾ ਸ਼ੋਰ ਮਚਾਇਆ ਸੀ ਪੰਜਾਬ ਦੇ ਵਿੱਚੋਂ ਜੀ, ਇਨਵੈਸਟਰਲਿਸਟ ਭੱਜ ਰਿਹਾ ਜੀ, ਯੂਪੀ ਦੇ ਵਿੱਚ ਜਾ ਰਿਹਾ ਹੈ। ਜਦੋਂ ਅਸੀਂ ਡਿਟੇਲ ਦੇਖੀ, ਅੱਜ ਭਗਵੰਤ ਮਾਨ ਜੀ ਨੇ ਡਿਟੇਲ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਪਿਛਲੇ 10 ਮਹੀਨੇ ਦੇ ਵਿੱਚ ਹੀ ਤਕਰੀਬਨ 38,175 ਕਰੋੜ ਰੁਪਏ ਦਾ ਨਿਵੇਸ਼ ਦੀ ਜਿਹੜੀ ਹੈ
ਕੋਈ ਕੰਮ ਸ਼ੁਰੂ ਵੀ ਹੋ ਗਏ, ਜਿੱਦਾਂ ਟਾਟਾ ਸਟੀਲ ਨੇ ਬੜਾ ਸ਼ੋਰ ਮਚਾਇਆ ਜਾਂਦਾ ਸੀ। ਔਰ ਯੂਪੀ ਦੇ ਵਿੱਚ ਜਿਹੜਾ ਨਿਵੇਸ਼ ਗਿਆ ਉਹ 10,000 ਕਰੋੜ ਹੈ। ਪੰਜਾਬ ਦੇ ਵਿੱਚ ਜਿਹੜਾ ਪਿਛਲੇ 10 ਮਹੀਨੇ 'ਚ ਆਇਆ ਉਹ 38,175 ਕਰੋੜ ਹੈ, ਜਿਹਦੇ ਨਾਲ ਤਕਰੀਬਨ 2,43,000 ਦੇ ਕਰੀਬ ਇੰਪਲੋਇਮੈਂਟ ਜਨਰੇਟ ਹੋ ਰਹੀ ਹੈ। ਔਰ ਭਗਵੰਤ ਮਾਨ ਜੀ, ਤੁਹਾਡੇ ਯਾਦ ਹੋਏਗਾ ਜਦੋਂ ਮੁੰਬਈ ਗਏ, ਮੁਫਤ ਲਾਲ ਆਨਿਆਂ ਨਾਲ ਗੱਲ ਕੀਤੀ, ਉਹਨਾਂ ਨੂੰ ਦੱਸਿਆ ਕਿ ਇੱਥੇ ਕਪਾਹ ਸਾਡੇ ਕੋਲੇ ਪੰਜਾਬ 'ਚ ਬਿਹਤਰੀਨ ਕਪਾਹ ਹੈ, ਜਿਹਦੇ ਨਾਲ ਤੁਸੀਂ ਫੈਬਰਿਕਸ ਇੰਡਸਟਰੀ ਨੂੰ ਬਹੁਤ ਵਧੀਆ ਕਰ ਸਕਦੇ ਹੋ, ਇੱਥੇ ਵਧੀਆ ਫੈਬਰਿਕਸ ਹੋ ਸਕਦਾ। ਉਸ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ ਨਾਲ ਮਿਲੇ, ਕਲੱਬ ਮਹਿੰਦਰਾ ਦੇ ਬਾਰੇ 'ਚ ਉਹਨਾਂ ਦੇ ਨਾਲ ਡਿਸਕਸ਼ਨਸ ਕੀਤੀਆਂ, ਉਹਨਾਂ ਨੂੰ ਇਨਵੈਸਟਮੈਂਟ ਲਈ ਉਤਸ਼ਾਹਿਤ ਕੀਤਾ ਕਿ ਪੰਜਾਬ ਦੇ ਵਿੱਚ ਅਸੀਂ ਤੁਹਾਨੂੰ ਟੂਰਿਜ਼ਮ ਦੇ ਲਈ ਰਿਕੁਐਸਟ ਕਰ ਰਹੇ ਹਾਂ, ਟੂਰਿਜ਼ਮ ਦੇ ਲਈ ਅਸੀਂ ਤੁਹਾਨੂੰ ਹਰ ਤਰ੍ਹਾਂ ਦਾ ਮਾਹੌਲ ਮੁਹੱਈਆ ਕਰਾਵਾਂਗੇ। ਮਤਲਬ ਉਸ ਯੂਨੀਲੀਵਰ ਵਾਲਿਆਂ ਨਾਲ ਕਿ ਤੁਸੀਂ ਇੱਥੇ ਟਮਾਟੋ ਕੈਚਅਪ ਦਾ ਐਕਸਪੈਂਡ ਕਰੋ ਨਾਭਾ ਦੇ ਕੋਲੇ। ਔਰ ਅੱਜ ਜਿਹੜੀ ਭਗਵੰਤ ਮਾਨ ਜੀ ਨੇ ਡਿਟੇਲ ਦਿੱਤੀ, ਉਹਨਾਂ ਨੇ ਲਗਭਗ ਸਾਰੇ ਨੁਕਤਾਚੀਨੀ ਕਰਨ ਵਾਲਿਆਂ ਦੇ ਮੂੰਹ ਬੰਦ ਕਰਤੇ, ਔਰ ਇਹ ਵੀ ਦੱਸਿਆ ਕਿ ਕਿੱਥੇ ਕਿੱਥੇ ਕੰਮ ਸ਼ੁਰੂ ਵੀ ਹੋ ਚੁੱਕਿਆ ਹੈ। ਜੋ ਇਨਵੈਸਟਮੈਂਟਸ ਪੰਜਾਬ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ, ਉਹਨਾਂ ਨੇ ਜ਼ਮੀਨ ਵੀ ਕਈਆਂ ਨੇ ਖਰੀਦ ਲਈ, ਕਈਆਂ ਨੇ ਕੰਸਟਰਕਸ਼ਨ ਸ਼ੁਰੂ ਕਰਤੀ। ਅਗਰ ਕਹੋ ਤਾਂ ਮੈਂ ਡਿਟੇਲ ਵੀ ਦੇ ਸਕਦਾ ਜੋ ਭਗਵੰਤ ਮਾਨ ਜੀ ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੀ ਹੈ। ਔਰ ਇੱਕ ਚੀਜ਼, ਸਭ ਤੋਂ ਵੱਡੀ ਚੀਜ਼, ਇੱਕ ਵਾਰੀ ਮੈਂ ਤੁਹਾਡੇ ਹੀ ਸ਼ਾਇਦ ਚੈਨਲ ਤੇ ਡਿਬੇਟ ਕਰ ਰਿਹਾ ਸੀ, ਮੈਂ ਕਿਹਾ ਸੀ ਹਰ ਚੀਜ਼ ਟਰਾਂਸਪੇਰੈਂਟ ਹੋਏਗੀ। ਪਿਛਲੀਆਂ ਵਾਂਗੂ ਨਹੀਂ, ਜਿੱਦਾਂ ਮੈਂ ਇਹਨੂੰ ਬਲੇਮ ਗੇਮ 'ਚ ਨਹੀਂ ਲੈ ਰਿਹਾ, ਪਰ ਮੈਂ ਇੱਕ ਦੱਸ ਰਿਹਾ ਕਿ ਤੁਹਾਡੇ ਯਾਦ ਹੋਏਗਾ ਅਕਾਲੀ ਦਲ ਦੇ ਸਮੇਂ ਇੱਕ ਬੜਾ ਸ਼ੋਰ ਮਚਿਆ ਸੀ ਕਿ 1,02,000 ਕਰੋੜ ਦੀ ਇਨਵੈਸਟਮੈਂਟ ਆਈ, ਪਰ ਜਦੋਂ ਉਹਦੀ ਐਂਡ 'ਚ ਡਿਟੇਲ ਨਿਕਲੀ ਤਾਂ ਉਹ ਸਿਰਫ ਤਕਰੀਬਨ 6600 ਕਰੋੜ ਦੇ ਕਰੀਬ ਸੀਗੀ। ਇਸੇ ਤਰ੍ਹਾਂ ਇੱਕ ਵਾਰੀ ਕਾਂਗਰਸ ਸਰਕਾਰ 'ਚ ਵੀ ਕਹਿੰਦੇ ਸੀ 47,000 ਕਰੋੜ ਦਾ MOU ਸਾਈਨ ਹੋ ਗਏ, ਬਟ ਉਹ 8400 ਕਰੋੜ ਦੇ ਸੀ। ਭਗਵੰਤ ਮਾਨ ਜੀ ਨੇ ਅੱਜ ਇੱਕ ਡਿਟੇਲ ਫੈਕਟਰੀ ਵਾਈਜ਼, ਇੰਡਸਟਰੀ ਵਾਈਜ਼, ਜ਼ਿਲ੍ਹਾ ਵਾਈਜ਼ ਦਿੱਤੀ ਕਿ ਆਹ ਕੁਛ ਸਾਡੇ ਨਾਲ ਕਲੀਅਰ ਹੋ ਗਿਆ, ਹਾਂ ਹੋ ਗਈ, ਵਾਅਦਾ ਹੋ ਗਿਆ, MOU ਹੋ ਰਹੇ हैं। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰੀ ਮੌਨਸੂਨ ਵਾਲੀ ਗੱਲ ਹੈ, 23 ਔਰ 24 ਤਰੀਕ ਨੂੰ ਤਾਂ ਅਸਲੀ ਮੌਨਸੂਨ ਵਰਸੇਗਾ, ਔਰ ਜਿਹੜਾ ਸਾਡਾ ਸੁਪਨਾ ਹੈ ਪੰਜਾਬ ਨੂੰ ਦੁਬਾਰਾ ਪੈਰਾਂ ਤੇ ਖੜਾ ਕਰਨਾ, ਲੀਹਾਂ ਤੇ ਲਿਆਣਾ, ਇੰਡਸਟਰੀ ਨੂੰ ਪੰਜਾਬ ਦੇ ਵਿੱਚ ਲਿਆਣਾ, ਉਹ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਦੇ ਵਿੱਚ ਬਹੁਤ ਵੱਡਾ ਕਦਮ ਹੋਰ ਅੱਗੇ ਵਧਾਂਗੇ। ਬਿਲਕੁਲ, ਆਓ ਤੁਹਾਨੂੰ ਸੁਣਾ ਵੀ ਦਿੰਦੇ ਹਾਂ, ਕਿਉਂਕਿ ਮੇਰਾ ਸਵਾਲ ਵੀ ਇਹੀ ਸੀ ਜਿਹਦਾ ਜਵਾਬ ਤੁਸੀਂ ਸਗੋਂ ਪਹਿਲਾਂ ਹੀ ਦੇ ਦਿੱਤਾ, ਕਿ ਪਹਿਲਾਂ ਸੁਣਾ ਦਿੰਦੇ ਹਾਂ ਕਿ ਅੱਜ ਭਗਵੰਤ ਮਾਨ ਜੀ ਨੇ ਕੀ ਕੁਝ ਕਿਹਾ। ਆਓ ਸੁਣਦੇ ਹਾਂ। ਪਰ ਜਿਹੜੇ ਹੁਣ ਆਏ ਨੇ ਤੇ 23-24 ਤਰੀਕ ਤੋਂ ਬਾਅਦ ਆਉਣਗੇ, ਉਹ MOU ਕਿਸੇ ਇੱਕ ਪਰਿਵਾਰ ਨਾਲ ਨਹੀਂ, ਪੰਜਾਬ ਦੇ 3 ਕਰੋੜ ਪੰਜਾਬੀਆਂ ਨਾਲ MOU ਹੋਊਗਾ, ਉਹਨਾਂ ਦੇ ਰੋਜ਼ਗਾਰ ਵਾਸਤੇ, ਪੰਜਾਬ ਦੀ ਖੁਸ਼ਹਾਲੀ ਵਾਸਤੇ। ਜਿਹੜਾ ਸਾਡਾ 2 ਦਿਨਾਂ ਦਾ ਸਮਿਟ ਹੈ, ਇਹਦੇ ਵਿੱਚ ਅਸੀਂ 9 ਸੈਕਟਰ ਰੱਖੇ ਨੇ ਡਿਸਕਸ਼ਨ ਲਈ ਤੇ ਇਨਵੈਸਟਮੈਂਟ ਲਈ। ਐਗਰੀ ਫੂਡ ਪ੍ਰੋਸੈਸਿੰਗ, ਟੈਕਸਟਾਈਲਸ, ਹੈਲਥ ਕੇਅਰ, ਐਜੂਕੇਸ਼ਨ, ਟੂਰਿਜ਼ਮ, IT ਐਂਡ ਸਟਾਰਟਅਪਸ, ਐਕਸਪੋਰਟ, ਤੇ ਜਾਪਾਨ ਤੇ UK ਜਿਹੜੇ ਸਾਡੇ ਨੇ ਉਹਨਾਂ ਦੇ ਸਪੈਸ਼ਲ ਸੈਸ਼ਨ ਹੋਣਗੇ। ਉਹ ਸਾਡੇ ਪਾਰਟਨਰ ਨੇ। ਜਾਪਾਨ ਵਾਲੇ ਆਪਣੀਆਂ ਕੰਪਨੀਆਂ ਨੂੰ ਨਾਲ ਲੈ ਕੇ ਆਉਣਗੇ ਤਾਂ ਉਹਨਾਂ ਦਾ ਅਲੱਗ ਸੈਸ਼ਨ ਹੋਊਗਾ, ਤੇ UK ਦਾ ਅਲੱਗ ਸੈਸ਼ਨ ਹੋਊਗਾ। ਪਾਰਟਨਰ ਕੰਟਰੀਜ਼ ਨੇ। ਸੋ ਜਿਹੜੇ ਕੋਈ ਸਵਾਲ ਉਠਾਉਂਦੇ ਹੋਣਗੇ ਕਿੱਥੇ ਆਇਆ ਜੀ ਨਿਵੇਸ਼, ਅਸੀਂ ਉਹਨਾਂ ਨੂੰ ਐਡਰੈਸ ਵੀ ਦੇ ਸਕਦੇ ਹਾਂ, ਉੱਥੇ ਜਾ ਕੇ ਦੇਖ ਸਕਦੇ ਨੇ। ਇਹ ਤੋਂ ਪਹਿਲਾਂ ਵੀ ਆਪਣੇ ਤਾਂ ਤੁਸੀਂ ਵੀ ਉੱਥੇ, ਮੈਂ ਦੇਖਿਆ ਸੀ ਤੁਹਾਨੂੰ, ਉਹ ਜਿੱਥੇ ਖਜੂਰਾਂ ਲੱਗੀਆਂ ਸੀ ਆਪਣੇ ਮਹਾਲੀ 'ਚ, ਇੱਕ ਵਾਰੀ ਅਚਾਨਕ ਖਜੂਰਾਂ ਉੱਗ ਪਈਆਂ ਸੀ ਨਾ, ਤੇ ਉੱਥੇ ਪ੍ਰੋਗਰੈਸਿਵ ਪੰਜਾਬ ਹੋਇਆ ਸੀਗਾ, ਤੇ ਟਾਈ ਵਧੀਆ ਲਾਈ ਹੋਈ ਸੀਗੀ ਸਾਡੇ ਜਿਹੜੇ ਹੋਮ ਮਿਨਿਸਟਰ ਸੀਗੇ, ਡਿਪਟੀ CM ਸੀ ਉਸ ਵੇਲੇ। ਪੈਸੇ ਦਾ ਤਾਂ ਮੈਨੂੰ ਪਤਾ ਨਹੀਂ, ਖਜੂਰਾਂ ਹੈਗੀਆਂ ਇੱਥੇ ਪੰਜਾਬ 'ਚ, ਪਰ ਉਹ ਖਜੂਰਾਂ ਕਿੱਥੇ ਨੇ ਤੁਸੀਂ ਕਦੇ ਨਹੀਂ ਲਾਈ ਖਬਰ। ਜਾ ਕੇ ਬਾਦਲ ਪਿੰਡ ਦੇਖਿਓ, ਖਜੂਰਾਂ ਉੱਥੇ ਨੇ। ਸੋ ਜਿਹੜੇ ਖਜੂਰਾਂ ਵੀ ਆਪਦੇ ਘਰੇ ਲੈ ਗਏ, ਉਹਨਾਂ ਤੋਂ ਕੀ ਉਮੀਦ ਕਰਦੇ ਹੋ ਕੋਈ ਇੰਡਸਟਰੀ ਲੈ ਕੇ ਆਉਣਗੇ ਇੱਥੇ? ਦੇਖੋ ਇਹ ਇੰਟਰਨੈਸ਼ਨਲ ਮੁੱਦਾ। ਜੇ ਹਾਲਾਤ ਪੰਜਾਬ ਦੇ ਨਾਲ ਉਹਨਾਂ ਦੇ ਇਦਾਂ ਦੇ ਨੇ ਕਿ ਹਰ ਰੋਜ਼ ਡਰੋਨ ਭੇਜਦੇ ਨੇ, ਤੁਸੀਂ ਵਪਾਰ ਦੀ ਗੱਲ ਕਰਦੇ ਹੋ, ਉਹ ਕਿਹੜਾ ਉਹ ਜ਼ਹਿਰ ਦਾ ਵਪਾਰ ਕਰ ਰਹੇ ਸਾਡੇ ਨਾਲ। ਹਰ ਰੋਜ਼ ਡਰੋਨ, ਹਰ ਰੋਜ਼ ਪਿਸਤੌਲ, ਹਰ ਰੋਜ਼ ਡਰੱਗ, ਤੇ ਉਹਨਾਂ ਨਾਲ ਅਸੀਂ ਫਿਰ ਵਪਾਰ ਖੋਲ ਕੇ ਕੀ ਕਰਾਂਗੇ? ਪਾਕਿਸਤਾਨ ਦੀ ਇਕਨੋਮੀ ਤਾਂ ਵੈਸੇ ਵੀ ਤੁਹਾਨੂੰ ਹਾਲਤ ਉੱਥੇ ਪਤਾ ਕੀ ਹਾਲਤ ਹੋ ਗਈ। ਅੱਜ ਸੁਨੀਲ ਜਾਖੜ ਸਾਹਿਬ ਨੇ ਕਿਹਾ, ਕਹਿੰਦਾ ਉਹਨਾਂ ਦੀ ਮਦਦ ਕਰੋ, ਠੀਕ ਹੈ ਨਾ। ਸੋ ਜਾਖੜ ਸਾਹਿਬ ਕਿਉਂਕਿ ਨਾਲ ਲੱਗਦੇ ਆ ਬੋਰ ਤੋਂ,
ਪਰਲੇ ਪਾਸੇ ਉਹਨੂੰ ਕੋ ਤੁਸੀਂ ਕਿੰਨੂੰ ਭੇਜ ਲਓ ਉੱਥੋਂ, ਜੇ ਉੱਥੋਂ ਭੇਜ ਜਾਂਦੇ ਨੇ। ਸੋ ਇਸ ਕਰਕੇ ਜਿਹੜੇ ਕੰਟਰੀ ਨਾਲ ਸਾਡੇ ਸੰਬੰਧ ਹੀ ਠੀਕ ਨਹੀਂ ਹੈਗੇ, ਜਿਹੜਾ ਕੰਟਰੀ ਸਾਨੂੰ ਹਰ ਰੋਜ਼ ਮਾਰਨ ਵਾਸਤੇ, ਸਾਡੇ ਨੌਜਵਾਨ ਨੂੰ ਮਾਰਨ ਵਾਸਤੇ ਜ਼ਹਿਰ ਭੇਜ ਰਿਹਾ, ਸਲੋ ਪੋਇਜ਼ਨਿੰਗ ਭੇਜ ਰਿਹਾ, ਅਸੀਂ ਉਹਨਾਂ ਨਾਲ ਵਪਾਰ ਕਰਕੇ ਕੀ ਕਰਾਂਗੇ? ਸਾਡੇ ਕੋਲੇ ਹੋਰ ਬਹੁਤ ਕੁਛ ਹੈ, ਪੂਰੀ ਦੁਨੀਆ ਖੁੱਲੀ ਹੈ ਪੰਜਾਬ ਲਈ, ਅਸੀਂ ਉਹਨਾਂ ਨਾਲ ਐਗਰੀਮੈਂਟ ਕਰਾਂਗੇ ਤੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ। ਸਟ੍ਰਿਕਟਲੀ ਅਸੀਂ ਬਹੁਤ ਸਖਤਾਈ ਨਾਲ ਅਸੀਂ ਉਹਨਾਂ ਨੂੰ ਆਲਰੇਡੀ ਕਹਿਤਾ, ਤੁਸੀਂ ਆਓ, ਵੈਲਕਮ ਹੈ, ਧਰਤੀ ਸਾਡੀ ਵਫਾਦਾਰ ਹੈ, ਜਿਹੜਾ ਵੀ ਇੱਥੇ ਕੰਮ ਕਰਨ ਲਈ ਆਉਂਦਾ ਹੈ ਗੁਰੂਆਂ ਪੀਰਾਂ ਸ਼ਹੀਦਾਂ ਦਾ ਆਸ਼ੀਰਵਾਦ ਹੈ, ਉਹ ਘਾਟੇ 'ਚ ਨਹੀਂ ਜਾਂਦਾ। ਪਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਾਡੇ ਗੁਰੂਆਂ ਦੇ ਜਿਹੜੇ 500 ਸਾਲ ਪਹਿਲਾਂ 600 ਸਾਲ ਪਹਿਲਾਂ ਦੇ ਲਿਖੇ ਹੋਏ ਜਿਹੜੇ ਵਾਕ ਨੇ, ਉਹ ਵੀ ਤੁਹਾਨੂੰ ਉਹਨਾਂ ਤੇ ਤੁਹਾਨੂੰ ਪਹਿਰਾ ਦੇਣਾ ਪਊਗਾ। ਸਾਡੀ ਹਵਾ, ਸਾਡਾ ਪਾਣੀ ਤੇ ਸਾਡੀ ਧਰਤੀ ਨੂੰ ਜੇ ਕੋਈ ਪੋਲਿਊਟ ਕਰੂਗਾ ਫਿਰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ। ਅਸੀਂ ਸਾਨੂੰ ਇੰਡਸਟਰੀ ਬਹੁਤ ਪਿਆਰੀ ਹੈ, ਪਰ ਉਹਦੇ ਨਾਲੋਂ ਪਿਆਰੀ ਸਾਡੀ ਆਬੋ ਹਵਾ ਹੈ, ਕਿਉਂਕਿ ਅਸੀਂ ਉਹਨਾਂ ਨੂੰ ਮਾਹੌਲ ਦੇ ਰਹੇ ਹਾਂ, ਅਸੀਂ ਉਹਨਾਂ ਨੂੰ ਜੋ ਵੀ ਇਨਸੈਂਟਿਵ ਉਹਨਾਂ ਨੂੰ ਦੇ ਸਕਦੇ ਦੇ ਰਹੇ ਹਾਂ। ਅਸੀਂ ਆਪਣੀ ਇੰਡਸਟਰੀਅਲ ਪਾਲਿਸੀ ਜਾਰੀ ਕਰਤੀ, 90% ਉਹਦੇ ਵਿੱਚ ਸੁਜੈਸ਼ਨ ਜਿਹੜੇ ਨੇ ਉਹ ਇੰਡਸਟਰੀਅਲਿਸਟਾਂ ਦੇ ਨੇ। ਬਿਲਕੁਲ ਤੁਸੀਂ ਦੇਖਿਆ ਕਿ ਆਪਦੇ ਚਿਰ ਅੰਦਾਜ਼ ਦੇ ਵਿੱਚ ਕਿਸ ਤਰੀਕੇ ਨਾਲ ਵਿਰੋਧੀਆਂ ਨੂੰ ਵੀ ਨਿਸ਼ਾਨੇ ਤੇ ਲੈ ਲੈਂਦੇ ਨੇ। ਗੱਲ ਖਜੂਰਾਂ ਦੀ ਹੁੰਦੀ ਹੋਈ ਕਿੱਥੇ ਖਜੂਰ ਪਹੁੰਚ ਗਏ। ਕਿਵੇਂ ਦੇਖਦੇ ਹੋ ਪਾਸੀ ਸਾਹਿਬ? ਵੈਸੇ ਇਹ ਤਾਂ ਅੰਦਾਜ਼ ਹੈ ਮਾਨ ਸਾਹਿਬ ਦਾ ਕਿ ਉਹ ਹਰ ਵਾਰ ਨਾ ਵਿਰੋਧੀਆਂ ਨੂੰ ਜ਼ਰੂਰ ਘੇਰਾ ਪਾ ਲੈਂਦੇ ਨੇ। ਪਿਛਲੀਆਂ ਕੋਈ ਨਾ ਕੋਈ ਜਿਵੇਂ ਅੱਜ ਖਜੂਰਾਂ ਨੂੰ ਲੈ ਕੇ ਘੇਰਾ ਪਾ ਲਿਆ, ਵੀ ਦੇਖ ਲਓ ਖਜੂਰ ਕਹਿੰਦੇ ਬਾਦਲ ਤਾਂ ਹੁੰਦੀ ਹੈ ਤੇ ਹੋਰ ਕੁਝ ਹੋਏ ਨਾ ਹੋਵੇ। ਪਰ ਜਿਸ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਜ਼ਮੀਨੀ ਪੱਧਰ ਤੇ ਦਿਖੇਗਾ, ਕਿਉਂਕਿ ਹਾਲੇ ਤੱਕ ਇਹੋ ਜਿਹਾ ਨਾ ਤਾਂ ਕਾਂਗਰਸ ਦੀ ਸਰਕਾਰ 'ਚ ਹੋਇਆ ਤੇ ਨਾ ਅਕਾਲੀਆਂ ਦੀ ਸਰਕਾਰ 'ਚ ਹੋਇਆ। ਡਾਟਾ ਤੁਸੀਂ ਸ਼ੇਅਰ ਕਰ ਰਹੇ ਹੋ ਤਾਂ ਪਾਸੀ ਸਾਹਿਬ, ਹੁਣ ਜਿਹੜੀ ਫਿਗਰ ਆਏਗੀ ਅਸੀਂ ਇਹ ਮੰਨ ਕੇ ਚੱਲੀਏ ਜਿਹੜੇ MOU ਹੋਣਗੇ ਅਸੀਂ ਉਸੇ ਤਰੀਕੇ ਨਾਲ ਆਪਦੀ ਟੀਮ ਭੇਜ ਕੇ ਵੀ ਤਸਦੀਕ ਕਰ ਸਕਦੇ ਹਾਂ ਕਿ ਹਾਂ ਜ਼ਮੀਨੀ ਪੱਧਰ ਤੇ ਕੰਮ ਹੋ ਰਿਹਾ। ਬਿਲਕੁਲ ਬਿਲकुल ਪੂਰੀ ਤਰ੍ਹਾਂ ਟਰਾਂਸਪੇਰੈਂਟਲੀ ਜ਼ਮੀਨੀ ਪੱਧਰ ਤੇ ਕੰਮ ਹੋ ਰਿਹਾ ਹੈ। ਔਰ ਜੋ MOU ਸਾਈਨ ਹੋਣਗੇ ਉਹ ਵੀ ਵਕਤ ਤੋਂ ਵਕਤ, ਟਾਈਮ ਟੂ ਟਾਈਮ ਸਾਰਿਆਂ ਨੂੰ ਦੱਸੇ ਜਾਣਗੇ, ਤੁਹਾਡੇ ਸਾਹਮਣੇ ਆਣਗੇ। ਜਿਨ੍ਹਾਂ ਨੂੰ ਇੰਪਲੀਮੈਂਟੇਸ਼ਨ ਹੋ ਜਾਏਗੀ, MOU ਮੈਚਿਓਰ ਹੋ ਜਾਣਗੇ, ਕੰਸਟਰਕਸ਼ਨ ਸਟਾਰਟ ਹੋ ਜਾਏਗੀ, ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਦੱਸੇ ਜਾਣਗੇ। ਮਤਲਬ ਕੋਈ ਵੀ ਸਿਸਟਮ ਜਿਹੜਾ ਹੈ, ਮੈਂ ਜਿੱਦਾਂ ਪਹਿਲਾਂ ਦੱਸ ਕੇ ਹਟਿਆ ਕਿ ਲੁਕੋ ਛੁਪੋ ਕੇ ਨਹੀਂ। ਔਰ ਉਹਨਾਂ ਨੇ ਜੋ ਖਜੂਰਾਂ ਦੀ ਐਗਜ਼ਾਮਪਲ ਦਿੱਤੀ ਹੈ ਨਾ, ਉਹਦੇ ਪਿੱਛੇ ਉਹਨਾਂ ਨੇ ਇੱਕ ਬਹੁਤ ਵੱਡਾ ਰੀਜ਼ਨ ਦੱਸਿਆ ਕਿ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ ਸਮੇਂ ਜੋ ਕੁਝ ਨੇਤਾਵਾਂ ਦੇ ਪਰਸਨਲ ਸਵਾਰਥ ਹੁੰਦੇ ਸੀ। ਹੁਣ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਖਦੇ ਹਾਂ ਕਿ ਪੰਜਾਬ ਜੋ ਕਦੇ ਇੰਡਸਟਰੀ ਦੀ ਹੱਬ ਹੁੰਦਾ ਸੀ, ਅੰਮ੍ਰਿਤਸਰ ਤੋਂ ਲੈ ਕੇ ਰਾਜਪੁਰਾ ਤੱਕ ਇੰਡਸਟਰੀ ਹੀ ਇੰਡਸਟਰੀ ਸੀ ਔਰ ਅਲੱਗ-ਅਲੱਗ ਇੰਡਸਟਰੀ ਸੀ। ਲੁਧਿਆਣਾ ਹੌਜ਼ਰੀ ਦੇ ਵਿੱਚ, ਜਲੰਧਰ ਸਪੋਰਟਸ ਦੇ ਵਿੱਚ, ਤੇ ਰਾਜਪੁਰਾ ਦੇ ਵਿੱਚ ਤੁਸੀਂ ਦੇਖੋਗੇ ਕਿ ਗਗਨ ਫੈਕਟਰੀ, ਸਾਈਕਲ ਫੈਕਟਰੀਜ਼, ਕਿੰਨਾ ਜ਼ਬਰਦਸਤ ਇੰਡਸਟਰੀਅਲ ਮਾਹੌਲ ਸੀਗਾ। ਉਸ ਤੋਂ ਬਾਅਦ ਪੰਜਾਬ ਦਾ ਮਾਹੌਲ ਇਹਨਾਂ ਦੀ ਰਵਾਇਤੀ ਪਾਰਟੀਆਂ ਦੀਆਂ ਰਾਜਨੀਤਿਕ ਚਾਲਾਂ ਕਰਕੇ ਖਰਾਬ ਹੁੰਦਾ ਚੱਲਿਆ ਗਿਆ। ਉਸ ਤੋਂ ਬਾਅਦ ਪੰਜਾਬ ਨੇ ਇੱਕ ਸੰਤਾਪ ਭੋਗਿਆ ਜਿਹਦੇ ਨਾਲ ਕਾਫੀ ਇੰਡਸਟਰੀ ਨੂੰ ਨੁਕਸਾਨ ਹੋਇਆ। ਉਸ ਤੋਂ ਬਾਅਦ 2003 ਦੇ ਵਿੱਚ ਕੇਂਦਰ ਦੇ ਵਿੱਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਅਕਾਲੀ ਦਲ ਭਾਈਵਾਲ ਸੀ। ਤਾਂ ਅਟਲ ਬਿਹਾਰੀ ਵਾਜਪੇਈ ਜੀ ਦੇ ਟਾਈਮ 3 ਸਟੇਟਸ ਨੂੰ ਸਪੈਸ਼ਲ ਪੈਕੇजेस ਦਿੱਤੇ ਗਏ, ਜਿਨ੍ਹਾਂ ਚੋਂ ਹਿਮਾਚਲ ਇੱਕ ਸੀ। ਕਿਹਾ ਤਾਂ ਇਹ ਗਿਆ ਕਿ ਪਹਾੜੀ ਏਰੀਏ ਦੇ ਵਿੱਚ, ਦੂਰਗਾਮੀ ਏਰੀਏ ਦੇ ਵਿੱਚ ਇੰਡਸਟਰੀ ਸਥਾਪਿਤ ਹੋਏਗੀ, ਉਹਨਾਂ ਨੂੰ ਸਬਸਿਡੀ ਦਿੱਤੀਆਂ ਜਾਣਗੀਆਂ। ਪਰ ਇੰਡਸਟਰੀ ਜ਼ਿਆਦਾ ਕਿੱਥੇ ਸਥਾਪਿਤ ਹੋਈ? ਬਿਲਕੁਲ ਪੰਜਾਬ ਦੀ ਜੜ ਦੇ ਵਿੱਚ, ਬੱਦੀ ਦੇ ਵਿੱਚ। ਅਕਾਲੀ ਦਲ ਵੀ ਉਸ ਟਾਈਮ ਆਪਣੀ ਸਿਰਫ ਮਿਨਿਸਟਰੀ ਦੇ ਚੱਕਰ 'ਚ ਪਿਆ ਰਿਹਾ। ਇਹਨਾਂ ਨੇ ਵੀ ਉਸ ਚੀਜ਼ ਦਾ ਵਿਰੋਧ ਨਹੀਂ ਕੀਤਾ ਕਿ ਸਾਨੂੰ ਜਿਹੜੀ ਇੰਡਸਟਰੀ ਹੈ ਪੰਜਾਬ ਦੀ ਫਲੋਟ ਕਰਕੇ ਜਾਏਗੀ। ਇਹਨੂੰ ਕਹਿੰਦੇ ਆ ਫਲੋਟਿੰਗ ਆਫ ਕੈਪੀਟਲ, ਜਿਹੜੀ ਕਿ ਫਿਰ ਬੱਦੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸ਼ਿਫਟ ਹੋਈ। ਪੰਜਾਬ ਨੂੰ ਬਹੁਤ ਨੁਕਸਾਨ ਹੋਇਆ। ਉਸ ਤੋਂ ਬਾਅਦ ਵੀ ਕਾਂਗਰਸ ਦੀ UPA ਦੀ 10 ਸਾਲ ਸਰਕਾਰ ਰਹੀ, ਉਹਨਾਂ ਨੇ ਪੰਜਾਬ ਨੂੰ ਕੋਈ ਸਪੈਸ਼ਲ ਪੈਕੇਜ ਨਹੀਂ ਦਿੱਤਾ ਮੰਗਣ ਤੋਂ ਬਾਵਜੂਦ ਵੀ, ਕਿਉਂਕਿ ਪੰਜਾਬ ਦਾ ਕਿੱਡਾ ਬੜਾ ਨੁਕਸਾਨ ਹੋਇਆ ਪਹਿਲਾਂ, ਚਾਹੇ ਉਹ ਮਾੜੇ ਹਾਲਾਤ ਕਰਕੇ ਕਹਿ ਲਓ, ਬੁਰੇ ਦਿਨਾਂ ਕਰਕੇ, ਕਾਲੇ ਦਿਨਾਂ ਕਰਕੇ ਕਹਿ ਲਓ। ਉਸ ਤੋਂ ਬਾਅਦ ਇਹ ਜਿਹੜਾ ਪੈਕੇਜ ਆ ਗਿਆ। ਉਸ ਤੋਂ ਬਾਅਦ ਫਿਰ BJP ਦੀ 10 ਸਾਲ ਸਰਕਾਰ ਹੋ ਗਈ, ਕੋਈ ਪੰਜਾਬ ਨੂੰ ਪੈਕੇਜ ਨਹੀਂ। ਹੁਣ ਪੰਜਾਬ ਸਰਕਾਰ ਨੇ ਦੇਖੋ, ਅਦਰਵਾਈਜ਼ ਪਿਛਲੀਆਂ ਸਰਕਾਰਾਂ ਗੱਲਾਂ ਜ਼ਰੂਰ ਕਰਦੀਆਂ ਰਹੀਆਂ, ਇਨਵੈਸਟਮੈਂਟ ਲਿਆਵਾਂਗੇ, ਨਾਲ ਦੀ ਨਾਲ ਲਾਲ ਫਿੱਤਾ ਸ਼ਾਹੀ ਵੱਧਦੀ ਚਲੀ ਗਈ। ਨਾਲ ਦੀ ਨਾਲ ਜੋ ਇੰਡਸਟਰੀ ਆਉਣਾ ਵੀ ਚਾਹੁੰਦੀ ਸੀ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਟੈਂਪ ਡਿਊਟੀ 'ਚ ਵੀ ਤੁਸੀਂ ਦੇਖੋ ਕਿੰਨੀਆਂ ਰਿਆਇਤਾਂ ਦਿੱਤੀਆਂ,
MSME ਪੰਜਾਬ ਦੀ ਸਥਾਪਨਾ ਦਾ ਉਪਰਾਲਾ ਕੀਤਾ, ਏਕੀਕ੍ਰਿਤ ਇੰਡਸਟਰੀਜ਼ ਟਾਊਨਸ਼ਿਪ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ, ਬਿਜਲੀ ਦਰਾਂ ਉਹਨਾਂ ਨੂੰ ਦੱਸਤਾ ਕਿ 5.5 ਰੁਪਏ ਪਰ KVA ਰੱਖਣ ਦਾ ਅਸੀਂ 5 ਸਾਲ ਲਈ ਤੁਹਾਡੇ ਨਾਲ ਅਹਿਦ ਕਰਦੇ ਹਾਂ, ਤੁਹਾਨੂੰ 5 ਸਾਲ ਉਹੀ ਰੱਖਿਆ ਜਾਏਗਾ। ਸਟਾਰਟਅਪਸ ਮੌਜੂਦ ਕਰਨ ਲਈ ਕਿੰਨੇ ਅੱਛੇ ਪ੍ਰਪੋਜ਼ਲਸ ਇਸ ਇੰਡਸਟਰੀਅਲ ਪਾਲਿਸੀ ਦੇ ਵਿੱਚ ਆਏ। ਐਂਟੀ ਰੈਡ ਟੇਪ ਐਕਟ ਨੂੰ ਇਸ ਇੰਡਸਟਰੀਅਲ ਪਾਲਿਸੀ ਦਾ ਹਿੱਸਾ ਬਣਾਇਆ, ਰਾਈਟ ਟੂ ਬਿਜ਼ਨਸ ਐਕਟ ਨੂੰ ਇਸ ਇੰਡਸਟਰੀਅਲ ਪਾਲਿਸੀ ਦਾ ਹਿੱਸਾ ਬਣਾਇਆ, ਸਰਹੱਦੀ ਜ਼ੋਨ ਲਈ ਵਿਸ਼ੇਸ਼ ਰਾਇਤਾਂ ਅਸੀਂ ਕਹੀਆਂ, ਐਂਕਰ ਯੂਨਿਟਸ ਨੂੰ ਕਿੰਨੀਆਂ ਰਾਇਤਾਂ ਦੀ ਅਸੀਂ ਘੋਸ਼ਣਾ ਕੀਤੀ। ਉਹਦਾ ਰੀਜ਼ਨ ਹੀ ਇਹੀ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਆਵੇ। ਫਿਰ ਇਸ ਇੰਡਸਟਰੀਅਲ ਪਾਲਿਸੀ ਦੇ ਨਾਲ ਨਾਲ ਪੰਜਾਬ ਦੇ ਹਾਲਾਤ ਨੂੰ ਵੀ ਧਿਆਨ 'ਚ ਰੱਖਿਆ। ਅਸੀਂ ਕਿਹਾ ਕਿ ਅਗਰ ਤੁਸੀਂ ਸਰਫੇਸ ਵਾਟਰ ਯੂਜ਼ ਕਰਦੇ ਹੋ ਤਾਂ ਜਿਹੜਾ ਵਾਟਰ ਚਾਰਜਸ ਤੇ 25% ਦੀ ਛੋਟ ਦਾ ਵੀ ਕੀਤਾ। SCBC ਮਹਿਲਾਵਾਂ ਨੂੰ ਅਗਰ ਤੁਸੀਂ ਜੌਬ ਤੇ ਰੱਖਦੇ ਹੋ ਐਂਕਰ ਇੰਡਸਟਰੀਜ਼ ਦੇ ਵਿੱਚ ਤਾਂ 48,000 ਰੁਪਇਆ ਸਰਕਾਰ ਦੇਵੇਗੀ ਸਾਲਾਨਾ, ਜਨਰਲ ਮੇਲਸ ਦੇ ਲਈ 36,000। ਸੋ ਇਹ ਚੀਜ਼ਾਂ ਕਿਉਂ ਕੀਤੀਆਂ ਗਈਆਂ? ਤਾਂ ਜੋ ਪੰਜਾਬ ਦੇ ਵਿੱਚ ਇੰਡਸਟਰੀ ਆਏ, ਪੰਜਾਬ ਨੂੰ ਦੁਬਾਰਾ ਅਸੀਂ ਆਪਣੇ ਪੈਰਾਂ ਤੇ ਖੜਾ ਕਰ ਸਕੀਏ, ਔਰ ਬਿਲਕੁਲ ਟਰਾਂਸਪੇਰੈਂਟਲੀ ਸਾਰਾ ਕੰਮ ਕੀਤਾ। ਔਰ ਇੱਥੋਂ ਤੱਕ ਡਿਸੀਜਨ ਲੈ ਕੇ ਆ ਕੇ 25 ਕਰੋੜ ਤੱਕ ਦੇ ਜਿਹੜੇ ਪ੍ਰੋਜੈਕਟ ਤੁਸੀਂ ਲਿਆਓਗੇ ਡਿਸਟ੍ਰਿਕਟ ਲੈਵਲ ਤੇ ਹੀ ਅਪਰੂਵਲਸ ਹੋ ਜਾਣਗੀਆਂ, ਤੁਹਾਨੂੰ ਚੰਡੀਗੜ੍ਹ ਚੱਕਰ ਲਗਾਉਣ ਦੀ ਲੋੜ ਨਹੀਂ ਹੈ। ਅੱਜ ਭਗਵੰਤ ਮਾਨ ਜੀ ਨੇ ਬਾਸਮਤੀ ਬਾਰੇ ਕਿੱਡਾ ਵਧੀਆ ਦੱਸਿਆ, ਬਾਸਮਤੀ ਰਿਲੇਟਡ ਇੰਡਸਟਰੀ ਦੀ ਅਸੀਂ ਕਰ ਰਹੇ ਹਾਂ, ਕਪਾਸ ਨਾਲ ਰਿਲੇਟਡ ਸਾਹਪੁਰ ਕੰਡੀ ਪ੍ਰੋਜੈਕਟ ਤੁਸੀਂ ਦੇਖਿਆ ਹੋਣਾ ਕਿੰਨੀ ਦੇਰ ਤੋਂ ਲਟਕਿਆ ਆ ਰਿਹਾ ਸੀਗਾ, ਉਹ ਚਲਾਇਆ। ਸੋ ਇਹ ਇਸੇ ਲਈ ਕੀਤਾ ਜਾ ਰਿਹਾ ਕਿ ਟਰਾਂਸਪੇਰੈਂਟਲੀ ਬਿਲਕੁਲ ਕਲੀਅਰ ਟਰਮਸ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਸਿਰਜਿਆ ਜਾਏ ਕਿ ਇੰਡਸਟਰੀ ਦੁਬਾਰਾ ਪੰਜਾਬ ਦੇ ਵਿੱਚ ਆਏ। ਜਿੰਨੀ ਇੰਡਸਟਰੀ ਆਏਗੀ ਉਸੇ ਮਿਕਦਾਰ ਦੇ ਵਿੱਚ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ। ਅਸੀਂ ਡੋਬੀ ਜੀ ਪੱਸੀ ਸਾਹਿਬ ਤੁਸੀਂ ਦੇਖੋ ਵੀ ਹੁਣੇ ਪਿਛਲੇ ਦਿਨੀ ਯੂਪੀ ਦੇ ਵਿੱਚ ਹੋ ਕੇ ਹਟਿਆ ਤੇ ਮੁੱਖ ਮੰਤਰੀ ਯੋਗੀ ਨੇ ਹਾਲਾਂਕਿ ਇਹ ਦਾਅਵਾ ਕਰ ਦਿੱਤਾ ਕਿ 33.5 ਲੱਖ ਕਰੋੜ ਦੇ ਉੱਥੇ MOU ਇਨਵੈਸਟਮੈਂਟ ਆਏਗੀ, ਪ੍ਰਪੋਜ਼ਲਸ ਸਾਈਨ ਹੋਏ ਨੇ 33.5 ਲੱਖ ਕਰੋੜ ਯੂਪੀ ਦੇ ਵਿੱਚ। ਜਿਹੜੀ ਡਬਲ ਇੰਜਨ ਵਾਰ-ਵਾਰ ਕਿਹਾ ਜਾਂਦਾ ਹੈ ਡਬਲ ਇੰਜਨ ਦੀ ਸਰਕਾਰ, ਕਿਉਂਕਿ ਤੁਸੀਂ ਦੇਖਿਆ ਵੀ ਉਸ ਦੇ ਵਿੱਚ ਮੁਕੇਸ਼ ਅੰਬਾਨੀ ਵੀ ਮੌਜੂਦ ਸੀ, ਪ੍ਰਧਾਨ ਮੰਤਰੀ ਖੁਦ ਮੌਜੂਦ ਸੀਗੇ, ਸਾਰੇ ਮਤਲਬ ਯੂਪੀ ਨੂੰ ਪੂਰੀ ਉਸ ਤਰੀਕੇ ਨਾਲ ਹਾਈਲਾਈਟ ਕੀਤਾ ਜਾ ਰਿਹਾ ਸੀਗਾ ਕਿ ਇਹ ਤਾਂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਹੜੇ ਆਪਾਂ ਗੱਲਾਂ ਕਰ ਰਹੇ ਹਾਂ, ਅੱਜ ਮਾਨ ਸਾਹਿਬ ਜੋ ਗੱਲਾਂ ਕਰ ਰਹੇ ਨੇ, ਮੰਨ ਲਓ ਕਿ ਇਹ ਐਗਜ਼ੀਕਿਊਟ ਨਹੀਂ ਹੁੰਦੇ, ਕਿਤੇ ਐ ਤਾਂ ਨਹੀਂ ਕਿ ਫਿਰ ਗੇਂਦ ਕੇਂਦਰ ਸਰਕਾਰ ਤੇ ਸਿੱਟ ਦਿੱਤੀ ਜਾਊਗੀ। ਦੇਖੋ ਜੀ, ਕਿਉਂਕਿ ਅਕਸਰ ਆਪਾਂ ਇਹ ਦੇਖਦੇ ਹਾਂ ਦਿੱਲੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਚੀਜ਼ ਨਹੀਂ ਹੁੰਦੀ, ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਜਾਣਬੁੱਝ ਕੇ, ਪਰ ਜਿਹੜੀ ਚੀਜ਼ ਨਹੀਂ ਹੁੰਦੀ ਉੱਥੇ ਇਹ ਦੇਖਿਆ ਜਾਂਦਾ ਵੀ ਅੜਚਨ ਕੇਂਦਰ ਸਰਕਾਰ ਪਾ ਦਿੰਦੀ ਹੈ। LG ਤੇ ਕੇਜਰੀਵਾਲ ਜੀ ਦੀ ਲੜਾਈ ਹਮੇਸ਼ਾ ਰਹੀ ਹੈ, LG ਬਦਲ ਗਏ ਪਰ ਲੜਾਈ ਦਾ ਉੱਥੇ ਹਿਸਾਬ ਕਿਤਾਬ ਰਿਹਾ। ਕਿਤੇ ਐ ਤਾਂ ਨਹੀਂ ਕਿ ਹੁਣ ਫਿਰ ਜਿਹੜੀ ਚੀਜ਼ ਨਹੀਂ ਹੋਏਗੀ ਤਾਂ ਬਾਅਦ ਦੇ ਵਿੱਚ ਫਿਰ ਕੇਂਦਰ ਸਰਕਾਰ ਤੇ ਗੱਲ ਸਿੱਟ ਦਿੱਤੀ ਜਾਊਗੀ ਕਿ ਹਾਂ ਜੀ ਇੱਥੇ ਕੇਂਦਰ ਸਰਕਾਰ ਨੇ ਸਾਨੂੰ ਮਤਲਬ ਸਪੋਰਟ ਨਹੀਂ ਕੀਤੀ। ਦੇਖੋ ਇੱਕ ਚੀਜ਼ ਸਮਝਣ ਵਾਲੀ ਹੈ, ਆਮ ਆਦਮੀ ਪਾਰਟੀ ਨੇ ਕਦੇ ਵੀ ਕੋਈ ਗਲਤ ਇਲਜ਼ਾਮ ਕੇਂਦਰ ਸਰਕਾਰ ਤੇ ਨਹੀਂ ਲਾਇਆ। ਅਬ ਕੇਂਦਰ ਦੀ ਜਿਹੜੀ BJP ਦੀ ਸਰਕਾਰ ਹੈ ਉਹ ਸੰਘਵਾਦ ਦੇ ਵਿਸ਼ਵਾਸ ਨਹੀਂ ਰੱਖਦੀ ਪੂਰੀ ਤਰ੍ਹਾਂ। ਮੈਂ ਤੁਹਾਨੂੰ ਇਸ ਸਪਸ਼ਟ ਕਹਿ ਰਿਹਾ ਤੁਹਾਡੇ ਚੈਨਲ ਤੋਂ। ਉਹਨਾਂ ਨੂੰ ਸਭ ਤੋਂ ਵੱਡਾ ਖਤਰਾ ਅੱਜ ਆਮ ਆਦਮੀ ਪਾਰਟੀ ਤੋਂ ਨਜ਼ਰ ਆਇਆ। ਜਿਹੜੀ ਹੁਣ LG ਸਾਹਿਬ ਦੀ ਗੱਲ ਹੈ, LG ਨੂੰ ਕੌਣ ਅਪੁਆਇੰਟ ਕਰਦਾ? ਕੇਂਦਰ ਸਰਕਾਰ। ਕੇਂਦਰ 'ਚ ਕੌਣ ਹੈ? BJP ਦੀ ਸਰਕਾਰ। ਔਰ ਲਗਾਤਾਰ LG ਹਰ ਕੰਮ ਦੇ ਵਿੱਚ ਰੁਕਾਵਟ ਪਾਉਂਦਾ। ਆਪਾਂ ਪਿਛਲੇ ਦਿਨੀ ਵੀ ਦੇਖ ਕੇ ਆਏ ਹਾਂ, ਸਾਰੇ ਚੈਨਲਸ ਤੇ ਚੱਲਿਆ, ਪ੍ਰਿੰਸੀਪਲਸ ਕਿੰਨੇ ਖੁਸ਼ ਹੋ ਕੇ ਦੱਸ ਰਹੇ ਸੀ ਕਿ ਅਸੀਂ ਕਿੰਨਾ ਕੁਝ ਸਿੱਖ ਕੇ ਆਏ ਹਾਂ, ਲੇਕਿਨ LG ਦੇ ਦਿੱਲੀ ਪ੍ਰਿੰਸੀਪਲਸ ਨੂੰ ਇਜਾਜ਼ਤ ਹੀ ਨਹੀਂ ਦਿੱਤੀ ਟੀਚਰਸ ਨੂੰ ਬਾਹਰ ਜਾਣ ਦੀ। ਪਹਿਲੀ ਚੀਜ਼। ਦੂਸਰੀ ਚੀਜ਼ ਅਸੀਂ ਦੇਖ ਰਹੇ ਹਾਂ ਕਿ ਦਿੱਲੀ ਦੇ ਵਿੱਚ ਜਿਹੜੀ MCD ਦਾ ਮੇਅਰ ਨਹੀਂ ਚੁਣਨ ਦਿੱਤਾ ਜਾ ਰਿਹਾ। ਅੱਛਾ, ਜਿੱਥੇ ਵੀ ਵਿਰੋਧੀ ਪਾਰਟੀਆਂ ਦੀ ਸਰਕਾਰ ਹੈ, ਇਕੱਲੀ ਆਮ ਆਦਮੀ ਦੀ ਨਹੀਂ, ਕਾਂਗਰਸ ਦੀ ਵੀ ਹੈ, ਕਿੰਨੀ ਜਗ੍ਹਾ ਇਹਨਾਂ ਨੇ ਸਰਕਾਰਾਂ ਤੋੜੀਆਂ, ਖੇਲਾ ਕੀਤਾ, ਪੈਸੇ ਦਾ ਦੁਰਉਪਯੋਗ ਕੀਤਾ, ਸੱਤਾ ਦਾ ਦੁਰਉਪਯੋਗ ਕੀਤਾ। ਸੋ ਇਹ ਜਿਹੜਾ ਅਸੀਂ ਇਲਜ਼ਾਮ ਨਹੀਂ ਲਾਉਂਦੇ ਕੇਂਦਰ ਤੇ, ਕੇਂਦਰ ਦੀਆਂ ਹਰਕਤਾਂ ਹੀ ਇਦਾਂ ਦੀਆਂ। ਕੇਂਦਰ ਬਰਦਾਸ਼ਤ ਹੀ ਨਹੀਂ ਕਰਦਾ ਲੋਕਤੰਤਰ ਨੂੰ ਕਿ ਦੂਜੀ ਪਾਰਟੀ ਦੀ, ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਕਿਤੇ ਹੋਵੇ। ਜਦ ਕਿ ਲੋਕਤੰਤਰ ਦੀ ਖੂਬਸੂਰਤੀ ਤਾਂ ਇਹ ਹੈ ਕਿ ਅਗਰ ਵਿਰੋਧੀ ਪਾਰਟੀ ਦੀ ਵੀ ਸਰਕਾਰ ਹੈ ਤਾਂ ਤੁਸੀਂ ਉਹਨੂੰ ਵੀ ਉਹਦਾ ਬਣਦਾ ਹੱਕ ਦਿਓ। ਅੱਜ ਤੱਕ ਮੈਂ ਤੁਹਾਨੂੰ ਇਲਜ਼ਾਮ ਤੁਸੀਂ ਕਹੋਗੇ, ਪਰ ਇਹ ਇਲਜ਼ਾਮ ਨਹੀਂ, ਇੱਕ ਸੱਚਾਈ ਹੈ ਕਿ ਸਾਨੂੰ ਮੰਡੀ ਫੀਸ ਦਾ 3000 ਕਰੋੜ ਅੱਜ ਤੱਕ ਨਹੀਂ ਦਿੱਤਾ ਕੇਂਦਰ ਨੇ। 17000 ਕਰੋੜ ਸਾਡਾ ਅੱਜ ਵੀ ਕੇਂਦਰ ਰੋਕੀ ਬੈਠਿਆ CAF ਦਾ, ਪ੍ਰੋਵੀਡੈਂਟ CPF ਦਾ, ਸੈਂਟਰਲ ਪ੍ਰੋਵੀਡੈਂਟ ਫੰਡ ਦਾ।
ਮੈਂ ਇਹ ਚੀਜ਼ ਇਸ ਕਰਕੇ ਕਹਿ ਰਿਹਾ ਕਿ ਕੇਂਦਰ ਹਮੇਸ਼ਾ ਹੀ ਜਿੱਥੇ ਵਿਰੋਧੀ ਪਾਰਟੀ ਦੀ ਸਰਕਾਰ ਹੈ ਉਹਨੂੰ ਪ੍ਰੋਤਸਾਹਨ ਕਰਨ ਦੀ ਬਜਾਏ, ਉਹਨੂੰ ਦਾ ਬਣਦਾ ਹੱਕ ਦੇਣ ਦੀ ਬਜਾਏ ਰੁਕਾਵਟਾਂ ਪਾਉਂਦਾ ਹੈ। ਤੇ ਫਿਰ ਅਸੀਂ ਜਦੋਂ ਸਾਰਾ ਸੱਚ, ਅਸੀਂ ਕਹਿ ਰਹੇ ਅਸੀਂ ਇੰਡਸਟਰੀ ਦੇ ਵਿੱਚ ਜੋ ਵੀ MOU ਆਏਗਾ ਉਹ ਟਰਾਂਸਪੇਰੈਂਟਲੀ ਤੁਹਾਨੂੰ ਦੱਸਾਂਗੇ, ਲੋਕਾਂ ਨੂੰ ਦੱਸਾਂਗੇ, ਤਾਂ ਫਿਰ ਅਸੀਂ ਇਹ ਵੀ ਤਾਂ ਦੱਸਾਂਗੇ ਵੀ ਕੇਂਦਰ ਸਾਡੇ ਨਾਲ ਕੀ ਕਰ ਰਿਹਾ। ਉਹ ਕੇਂਦਰ ਤੇ ਸੁੱਟਣਾ ਨਹੀਂ ਹੈ। ਹਾਂ, ਕੇਂਦਰ ਨੂੰ ਚਾਹੀਦਾ, ਕੇਂਦਰ ਕੀ ਹੈ, ਮੈਂ ਨਾ ਇੱਕ ਅੱਜ ਤੁਹਾਡੇ 1 ਮਿੰਟ ਲੈਣਾ ਚਾਹੂੰਗਾ ਸੁਰਿੰਦਰ ਜੀ, ਅਗਰ ਤੁਹਾਡੀ ਇਜਾਜ਼ਤ ਹੋਵੇ। ਕੇਂਦਰ ਇਜ਼ ਐਨ ਨॉन ਡਾਇਮੈਂਸ਼ਨਲ ਐਂਟੀਟੀ। ਕੇਂਦਰ ਕੀ ਹੈ? ਆਪਣਾ ਹਿੰਦੁਸਤਾਨ ਕੀ ਹੈ? ਸਾਡਾ ਰਾਜਾਂ ਦਾ ਸਮੂਹ ਹੈ। ਰਾਜਸਥਾਨ, ਗੁਜਰਾਤ, ਪੰਜਾਬ, ਹਿਮਾਚਲ, ਹਰਿਆਣਾ, ਇਹ ਰਾਜਾਂ ਦਾ ਇੱਕ ਸਮੂਹ ਹੈ, ਸੰਘ ਹੈ। ਕੇਂਦਰ ਦੀ ਆਪਣੀ ਡਾਇਮੈਂਸ਼ਨਲ ਉਹ ਨਹੀਂ ਹੈ, ਐਂਟੀਟੀ ਨਹੀਂ ਹੈ। ਪਰ ਕੇਂਦਰ ਕਰਦਾ ਕਿਆ? ਸਾਡੀ ਸਟੇਟਸ ਅਸੀਂ ਟੈਕਸ ਦੇਣੀਆਂ, ਅਸੀਂ ਉਹਨਾਂ ਨੂੰ ਸਾਰਾ ਇੱਥੋਂ ਉਹ ਕਰਦੇ ਹਾਂ, ਤੇ ਉਹ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਸਕੀਮਸ ਬਣਾ ਕੇ ਵੰਡਣਾ ਹੁੰਦਾ। ਪਰ ਉੱਥੇ ਵੀ ਉਹ ਵਿਰੋਧੀ ਪਾਰਟੀਆਂ ਦੀ ਜਿੱਥੇ ਸਰਕਾਰਾਂ, ਉੱਥੇ ਉਹਨਾਂ ਨਾਲ ਮਤਰੇਆ ਵਪਾਰ ਕਰਦਾ। ਹੁਣ ਦਿੱਲੀ ਦੇ ਵਿੱਚ ਡੈਫੀਨੇਟ ਹੈ ਕਿ ਅੱਜ ਤੱਕ ਕੇਂਦਰ ਦੀ ਸਰਕਾਰ ਨੇ LG ਦੇ ਥਰੂ ਬਹੁਤ ਇਹੋ ਜਿਹੇ ਪ੍ਰੋਜੈਕਟ ਰੋਕ ਜੋ ਲੋਕਾਂ ਦੀ ਬਿਹਤਰੀ ਦੇ ਲਈ ਹੈ। ਹੁਣ ਦੂਜੀ ਗੱਲ ਆਪਾਂ UP ਦੀ ਕਰਦੇ ਹਾਂ। ਉੱਥੇ ਆਪਾਂ ਨੂੰ ਵੀ ਅੱਜ ਅਡਾਨੀ ਦਾ ਆਪਾਂ ਸਿਸਟਮ ਦੇਖ ਹੀ ਰਹੇ ਹਾਂ ਕਿ ਕਿੱਦਾਂ ਚੱਲਿਆ। ਗੁਜਰਾਤ ਦੇ ਵਿੱਚ ਉਹਨੂੰ 32 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜਗ੍ਹਾ ਪ੍ਰੋਵਾਈਡ ਕਰਤੀ, ਜਦ ਕਿ ਟਾਟਾ ਨੂੰ 600 ਰੁਪਏ ਦੇ ਕਰੀਬ ਕੀਤੀ ਸੀ। ਉਹ ਅੱਜ 33.5 ਲੱਖ ਦੀ ਜਿਹੜੀ ਗੱਲ ਕਰ ਰਹੇ ਆ, ਉਹਦੇ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਅਡਾਨੀ ਵਾਂਗੂ ਕਿਤੇ ਗਵਾਰਾ ਹੀ ਨਾ ਫਟ ਜੇ। ਪਰ ਅਸੀਂ ਇਹ ਨਹੀਂ ਕਹਿੰਦੇ, ਇੰਡਸਟਰੀ ਹਰ ਕੋਈ ਸਟੇਟ ਚਾਹੁੰਦੀ ਹੈ ਸਾਡੀ ਸਟੇਟ ਦੇ ਵਿੱਚ ਇੰਡਸਟਰੀ ਆਏ, ਅਸੀਂ ਵੀ ਚਾਹ ਰਹੇ ਹਾਂ। ਹੁਣ ਸਾਡੇ ਜਿਹੜੇ ਪੰਜਾਬ ਦੀਆਂ ਸਰ ਆਪਣੀ ਲਿਮਿਟੇਸ਼ਨਸ, ਸਾਡੀ ਜਿਹੜੀ ਸਟੇਟ ਹੈ ਉਹ ਨੋ ਡਾਊਟ UP ਵੀ ਲੈਂਡ ਲੋਕ ਹੈ, ਪਰ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖੋਗੇ ਇੱਕ ਪਾਸੇ ਸਾਨੂੰ ਇੰਟਰਨੈਸ਼ਨਲ ਬਾਰਡਰ ਲੱਗ ਰਿਹਾ, ਸਟੇਟ ਸਾਡੀ ਛੋਟੀ ਹੈ ਔਰ ਸਾਡੇ ਕੋਲ ਏਰੀਆ ਵੀ ਸੀਮਤ ਹੈ। UP ਦੇ ਕੋਲੇ ਏਰੀਆ ਵੀ ਬਹੁਤ ਵਾਸਟ ਹੈ। ਇਸੇ ਲਈ ਪੰਜਾਬ ਦੀ ਸਰਕਾਰ ਨੇ ਇਸ ਕਮੀ ਨੂੰ ਦੂਰ ਕਰਨ ਦੇ ਲਈ MSME ਪੰਜਾਬ ਦਾ ਕੀਤਾ, ਫੈਸਲਾ ਸਥਾਪਿਤ ਕਰਨ ਦਾ ਫੈਸਲਾ ਕੀਤਾ। ਮਾਈਕਰੋ, ਸਮਾਲ, ਮੀਡੀਅਮ ਇੰਡਸਟਰੀ ਦਾ ਵੀ, ਕਿਉਂਕਿ ਬਹੁਤ ਬਿਗ ਇੰਡਸਟਰੀ ਦਾ ਬਹੁਤ ਬਿਗ ਏਰੀਆ ਵੀ ਚਾਹੀਦਾ ਹੈ। ਪੰਜਾਬ ਦੀ ਜਿਹੜੀ ਲੇਬਰ ਕੋਸਟ ਹੈ ਉਹਦਾ ਔਰ UP ਦੀ ਲੇਬਰ ਕੋਸਟ ਦਾ ਫਰਕ ਹੈ। ਔਰ ਤੀਸਰੀ ਚੀਜ਼ ਜਿਹੜੀ ਇਹ ਡਬਲ ਇੰਜਨ ਦੀ ਸਰਕਾਰ ਹੈ ਨਾ ਸਰ, ਇਹ ਲੋਕਤੰਤਰ ਦੇ ਲਈ ਸਭ ਤੋਂ ਵੱਧ ਖਤਰਨਾਕ ਹੈ। ਸਿਰਫ ਇੱਕ ਇਹਨੂੰ ਆਪਾਂ ਇਨਵੈਸਟਮੈਂਟ ਪਰਪਸ ਨੂੰ ਨਾ ਇਕੱਲੇ ਟੱਚ ਕਰੀਏ ਤਾਂ ਅਗਰ ਵਿਰੋਧੀ ਪਾਰਟੀਆਂ ਦੀ ਸਰਕਾਰ ਨਹੀਂ ਹੋਏਗੀ ਤਾਂ ਜਿੱਦਾਂ ਹੁਣ ਅਡਾਨੀ ਵਾਲਾ ਗਵਾਰਾ ਫਟਿਆ ਉਹਦੇ ਉੱਤੇ ਜਾਂਚ ਦੀ ਮੰਗ ਹੋ ਰਹੀ ਹੈ, ਉਹ ਕਿਤੇ ਵੀ ਨਹੀਂ ਹੋਏਗੀ। ਡਬਲ ਇੰਜਨ ਦੀ ਸਰਕਾਰ ਦੇ ਵਿੱਚ ਤਾਂ ਲੋਕਾਂ ਨੂੰ ਸਿਰਫ ਸੁਪਨੇ ਦਿਖਾਏ ਜਾਣਗੇ, ਗੁੰਮਰਾਹ ਕੀਤਾ ਜਾਏਗਾ। ਲੋਕਤੰਤਰ ਦੀ ਖੂਬਸੂਰਤੀ ਹੀ ਇਸੇ 'ਚ ਹੈ। ਔਰ ਅਸੀਂ ਕੇਂਦਰ ਦੇ ਉੱਤੇ ਕੋਈ ਗਲਤ ਬਲੇਮ ਨਾ ਅੱਜ ਤੱਕ ਲਗਾਇਆ, ਨਾ ਲਗਾਵਾਂਗੇ। ਪਰ ਜਿੱਥੇ ਸਰ ਜੇ ਕੋਈ ਕਹਿੰਦੇ ਰਾਮ ਨੇ ਸ਼ਾਮ ਦੇ ਚੂੰਡੀ ਵੱਢੀ, ਤੇ ਸ਼ਾਮ ਤਾਂ ਦੱਸੇਗਾ ਨਾ ਜੀ ਕਿ ਰਾਮ ਨੇ ਚੂੰਡੀ ਵੱਢੀ, ਇੱਕ ਕਹਾਵਤ ਹੈ। ਤੇ ਉਹ ਚੀਜ਼ ਅਗਰ ਕੇਂਦਰ ਨੁਕਤਾਚੀਨੀ, ਇੰਟਰਫੇਰੈਂਸ, ਛੇੜਖਾਨੀ ਬੰਦ ਚੁੰਡੀ ਸਿਰਫ ਆਮ ਆਦਮੀ ਪਾਰਟੀ ਤੇ ਕਿਉਂ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੀ ਚੁੰਡੀ ਵੱਢਦੀ ਹੈ? ਕਿਉਂਕਿ ਦੇਖੋ ਇੱਥੇ ਵੀ ਹਾਲੇ ਸ਼ੁਰੂਆਤ ਹੋ ਚੁੱਕੀ ਹੈ, ਆਪਾਂ ਬੜੀ ਵਾਰੀ ਇਸ ਤੇ ਵੀ ਜ਼ਿਕਰ ਕੀਤਾ ਹੈ, ਤੁਸੀਂ ਵੀ ਬੈਠੇ ਹੋ ਡਿਬੇਟ ਦੇ ਵਿੱਚ, ਕਿ ਗਵਰਨਰ ਤੇ ਆਮ ਆਦਮੀ ਪਾਰਟੀ ਜਦੋਂ ਸਰਕਾਰ ਹੈ ਆਪਸ 'ਚ ਕਿਸੇ ਨਾ ਕਿਤੇ ਮਤਭੇਦ ਹੋ ਜਾਂਦੇ ਨੇ। ਦਿੱਲੀ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਉਦਾਹਰਨ ਦਿੱਤੀ, ਬੜੀ ਵਾਰੀ ਮਤਭੇਦ ਹੁੰਦੇ ਨੇ LG ਨਾਲ। ਹੁਣ ਦੂਜੇ ਪਾਸੇ ਦੇਖੋ ਰਾਜਸਥਾਨ ਸਰਕਾਰ ਚੱਲੀ ਜਾਂਦੀ ਹੈ, ਆਪਾਂ ਕਦੀ ਸੁਣਿਆ ਨਹੀਂ ਕਿ ਉੱਥੇ ਕਿਤੇ ਕੋਈ ਲੜਾਈ ਹੋਈ ਹੋਵੇ ਇਸ ਤਰੀਕੇ ਨਾਲ, ਕੋਈ ਵਿਚਾਰ ਵਟਾਂਦਰਾ। ਦੂਜਾ ਸਭ ਤੋਂ ਵੱਡਾ ਉੜੀਸਾ ਦੇ ਵਿੱਚ ਤੁਸੀਂ ਦੇਖੋ ਬਿਜੂ ਜਨਤਾ ਦਲ ਚੱਲ ਰਹੀ ਹੈ, ਕਾਫੀ ਲੰਬੇ ਸਮੇਂ ਤੋਂ ਹੈ। ਉਹ ਭਾਵੇਂ ਸਰਕਾਰ ਕੇਂਦਰ 'ਚ ਕੋਈ ਵੀ ਹੋਵੇ, ਪਰ ਉਹਨਾਂ ਨੇ ਆਪਦੀ ਸਿਆਸਤ ਬੜੀ ਸਹੀ ਤਰੀਕੇ ਨਾਲ ਕਰਦੇ ਨੇ, ਇਨਵੈਸਟਮੈਂਟ ਵੀ ਲੈ ਲੈਂਦੇ ਨੇ, ਕੋਈ ਰੋਲਾ ਰੱਪਾ ਵੀ ਨਹੀਂ। ਤੇ ਤੁਸੀਂ ਦੇਖੋ, ਤੁਹਾਨੂੰ ਕਿਤੇ ਨਹੀਂ ਲੱਗਦਾ ਕਿ ਇਹ ਸਿਰਫ ਆਮ ਆਦਮੀ ਪਾਰਟੀ ਹੀ ਕਿਉਂ ਬਲੇਮ ਕਰਦੀ ਹੈ ਕਿ ਸਾਨੂੰ ਕੇਂਦਰ ਸਰਕਾਰ ਕਿਤੇ ਨਾ ਕਿਤੇ ਰੋੜੇ ਅੜਾਉਂਦੀ ਹੈ? ਦੇਖੋ, ਮੈਂ ਉਹਦੇ 'ਚ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। BJP ਨੇ ਬਹੁਤ ਕੋਸ਼ਿਸ਼ ਕਰ ਲਈ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਡੀਰੇਲ ਕਰਨ ਦੀ, ਨਹੀਂ ਕਰ ਪਾਏ। ਪੰਜਾਬ 'ਚ ਵੀ ਡੀਰੇਲ ਕਰਨ ਦੀ ਨਹੀਂ ਕਰ ਪਾਏ। ਜਿੱਥੇ ਜਿੱਥੇ ਵਿਰੋਧੀ ਪਾਰਟੀਆਂ ਦੀ ਸਰਕਾਰ ਹੈ, ਜਿੱਦਾਂ ਮਹਾਰਾਸ਼ਟਰ 'ਚ ਸੀਗਾ, ਮੱਧ ਪ੍ਰਦੇਸ਼ 'ਚ ਸੀਗਾ, ਉੱਥੇ ਉਹਨਾਂ ਨੇ ਉਹਨਾਂ ਦੇ ਕਾਂਗਰਸ ਦੇ MLA ਸ਼ਾਮਿਲ ਕਰਕੇ ਕਿਸੇ ਵੀ ਕਾਰਨ ਬਸ ਪਰਦੇ ਪਿੱਛੇ ਕੀ ਹੈ ਉਹ ਆਪਾਂ ਨਾ ਉਸ ਲੰਬੀ ਗੱਲ 'ਚ ਜਾਈਏ, ਉਹਨਾਂ ਨੇ ਉਹਨਾਂ ਨੂੰ ਸ਼ਾਮਿਲ ਕਰਕੇ ਆਪਣੀਆਂ ਸਰਕਾਰਾਂ ਬਣਾ ਲਈਆਂ। ਇਹ ਤਾਂ ਆਪਾਂ ਨੇ ਖੇਲਾ ਦੇਖਿਆ, ਜਿਹਨੂੰ BJP ਖੇਲੇ ਦਾ ਨਾਮ ਦੇ ਦਿੰਦੀ ਹੈ। ਖੇਲਾ ਲੋਕਤੰਤਰ ਦੇ ਉੱਤੇ ਇੱਕ ਧੱਬਾ ਹੈ, ਪਰ BJP ਸ਼ਰੇਆਮ ਖੇਲਦੀ ਹੈ। ਆਮ ਆਦਮੀ ਪਾਰਟੀ ਤੇ ਉਹ ਇਹ ਚੀਜ਼ਾਂ ਨਹੀਂ ਕਰ ਪਾ ਰਹੀ।
ਉੱਥੇ ਫਿਰ ਉਹ ਗਵਰਨਰ ਜਾਂ ਐਲਜੀ ਦਾ ਮਿਸਯੂਜ਼ ਕਰਦੀ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਜੋ ਲੋਕਤੰਤਰ ਦੇ ਰਸੂਲਾਂ ਮੁਤਾਬਕ ਚੱਲਦੀ ਹੈ, ਜੋ ਚਾਹੁੰਦੀ ਹੈ, ਚਾਹੇ ਉਹ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ, ਜੋ ਸਾਡੇ ਸੰਵਿਧਾਨ 'ਚ ਲਿਖਿਆ, ਜੋ ਸਾਡੇ ਲੋਕਤੰਤਰ ਦੇ ਅਸੂਲ ਹੈ, ਉਹਨਾਂ ਮੁਤਾਬਕ ਚੱਲੋ। ਅਸੀਂ ਤਾਂ ਲੋਕਤੰਤਰ 'ਚ ਵਿਸ਼ਵਾਸ ਰੱਖਦੇ ਹਾਂ। ਉੱਥੇ ਫਿਰ ਇਹ ਟਕਰਾਓ ਆਉਂਦਾ। ਹੁਣ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਗਵਰਨਰ ਸਾਹਿਬ ਸਟੇਟ ਦੇ ਹੈੱਡ ਸਿਰਫ ਨੋਮੀਨਲ ਹੁੰਦੇ ਆ, ਚੀਫ ਮਿਨਿਸਟਰ ਹੈੱਡ ਹੁੰਦਾ, ਲੇਕਿਨ ਗਵਰਨਰ ਸਾਹਿਬ ਪਿੰਡਾਂ 'ਚ ਜਾਣਾ ਸ਼ੁਰੂ ਕਰ ਗਏ ਸੀ, ਸਰਪੰਚਾਂ ਕੋਲੇ ਜਾਣਾ ਸ਼ੁਰੂ ਕਰ ਗਏ ਸੀ। ਉਹ ਕੀ ਸੀ? ਇਸ ਲਈ ਆਮ ਆਦਮੀ ਪਾਰਟੀ ਨੇ ਪ੍ਰੋਟੈਸਟ ਕੀਤਾ ਕਿ ਤੁਸੀਂ ਕੀ ਕਰ ਰਹੇ ਹੋ, ਤੁਸੀਂ ਤਾਂ ਅਨਕਨਸਟੀਟਿਊਸ਼ਨਲ ਗੱਲ ਕਰ ਰਹੇ ਹੋ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਹੁਣ ਤੁਸੀਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਖੋ ਕਿ ਦਿੱਲੀ ਦੀ ਪੁਲਿਸ ਵੀ ਸੈਂਟਰ ਦੇ ਕੰਟਰੋਲ 'ਚ ਹੈ ਔਰ ਕ੍ਰਾਈਮ ਦੇ ਵਿੱਚ ਸੈਂਟਰ ਦੀ ਵਜ੍ਹਾ ਨਾਲ ਦੂਜੇ ਨੰਬਰ ਤੇ ਹੈ। ਦਿੱਲੀ ਦੇ ਵਿੱਚ ਗਵਰਨਰ ਐਲਜੀ ਸਾਹਿਬ ਨੇ ਕਿਆ ਫੈਸਲਾ ਕੀਤਾ ਕਿ ਆਈ ਐਮ ਸੁਪਰੀਮ। ਤਾਂ ਫਿਰ ਭਾਈ ਚੁਣੀ ਹੋਈ ਸਰਕਾਰ ਦਾ ਮਤਲਬ ਕਿਆ ਰਹਿ ਗਿਆ? ਇਹ ਤਾਂ ਗਵਰਨਰ ਸਾਹਿਬ ਦੀ ਸਟੇਟਮੈਂਟ ਹੈ ਨਾ ਕਿ ਹਰ ਫਾਈਲ ਮੈਂ ਡਿਸਾਈਡ ਕਰੂੰਗਾ। ਕਿਉਂ? ਲੋਕਾਂ ਨੇ ਆਪਣੀ ਸਰਕਾਰ ਚੁਣੀ ਹੈ। ਲੋਕਤੰਤਰ ਦਾ ਅਰਥ ਕੀ ਹੈ? ਲੋਕਾਂ ਦੀ ਸਰਕਾਰ। ਔਰ ਦੂਸਰੀ ਚੀਜ਼ ਇੱਕ ਮੈਂ ਹੋਰ ਦੱਸਦਾ, ਕਾਂਗਰਸ ਨੂੰ ਗਵਰਨਰ ਜਾਂ ਐਲਜੀ ਤੋਂ ਪ੍ਰੋਬਲਮ ਜ਼ਿਆਦਾ ਕਿਉਂ ਨਹੀਂ ਆਈ? ਕਿਉਂਕਿ ਕਾਂਗਰਸ ਔਰ ਬੀਜੇਪੀ ਆਲਮੋਸਟ ਇੱਕੋ ਪਾਲਿਸੀਜ਼ ਤੇ ਵਰਕ ਕਰਦੀ ਹੈ। 1991 ਦੀ ਜਿਹੜੀ ਲਿਬਰਲਾਈਜੇਸ਼ਨ ਪਾਲਿਸੀ ਆਈ, ਉਸ ਤੋਂ ਬਾਅਦ ਤੁਸੀਂ ਦੇਖੋਗੇ ਦੋਨੋਂ ਪਾਰਟੀਆਂ ਜਦੋਂ ਵੀ ਸਰਕਾਰਾਂ ਦੇ ਵਿੱਚ ਆਈਆਂ ਤਾਂ ਇਹਨਾਂ ਨੇ ਆਲਮੋਸਟ ਉਸੇ ਪ੍ਰੋਸੈਸ ਨੂੰ ਫੋਲੋ ਕੀਤਾ ਐਂਡ ਇਹਨਾਂ ਨੂੰ ਕਿਹਾ ਜਾਂਦਾ ਹੈ ਕਾਰਪੋਰੇਟ ਫ੍ਰੈਂਡਲੀ ਪਾਰਟੀਜ਼। ਅਸੀਂ ਕਾਰਪੋਰੇਟ ਤੋਂ ਪਹਿਲਾਂ ਲਿਖਦੇ ਹਾਂ ਪੀਪਲ ਐਂਡ ਕਾਰਪੋਰੇਟ ਫ੍ਰੈਂਡਲੀ। ਅਸੀਂ ਪੀਪਲ ਨੂੰ ਪਹਿਲਾਂ ਰੱਖਦੇ ਹਾਂ, ਲੋਕਾਂ ਨੂੰ ਪਹਿਲਾਂ ਰੱਖਦੇ ਹਾਂ। ਨੋ ਡਾਊਟ ਸਾਨੂੰ ਕਾਰਪੋਰੇਟ ਵੀ ਅੱਗੇ ਵਧੇ, ਪਰ ਉਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਵੇ। ਇੱਥੇ ਕਿਹਾ, ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਹਿੰਡਨਬਰਗ ਨੇ ਕਿੱਡੇ ਜ਼ਬਰਦਸਤ ਖੁਲਾਸੇ ਕੀਤੇ ਹਨ। ਮੈਂ ਉਸ 'ਚ ਨਹੀਂ ਜਾ ਰਿਹਾ ਕਿ ਉਹ ਸਹੀ ਹੈ ਜਾਂ ਗਲਤ ਹੈ, ਪਰ ਉਹਦੀ ਜਾਂਚ ਤਾਂ ਹੋਣੀ ਚਾਹੀਦੀ ਹੈ। ਅਗਰ ਉਹਦੇ 'ਚ ਸੱਚਾਈ ਨਹੀਂ ਸੀ ਤਾਂ ਸ਼ੇਅਰ 30% ਤੱਕ 34% ਤੱਕ ਥੱਲੇ ਕਿਉਂ ਆ ਗਏ? ਇੱਕ ਦਿਨ ਦੇ ਵਿੱਚ 3 ਵਾਰੀ ਲੋਅਰ ਕੱਟ ਲੱਗਿਆ ਅਡਾਨੀ ਦੇ ਸ਼ੇਅਰਸ ਨੂੰ। ਉੱਥੇ ਜਾਂਚ ਕਿਉਂ ਨਹੀਂ ਹੋ ਰਹੀ? ਕਿਉਂਕਿ ਇਹ ਕਾਰਪੋਰੇਟ ਫ੍ਰੈਂਡਲੀ ਪਾਰਟੀਜ਼ ਹੈ, ਇਹ ਕਾਰਪੋਰੇਟ ਫ੍ਰੈਂਡਲੀ ਸਟੇਟ ਬਣਾ ਰਹੇ ਆ ਇੰਡੀਆ ਨੂੰ। ਅਸੀਂ ਪੀਪਲ ਫ੍ਰੈਂਡਲੀ ਸਟੇਟ ਚਾਹੁੰਦੇ ਹਾਂ। ਇੱਥੇ ਫਰਕ ਪੈਂਦਾ। ਇੱਥੇ ਫਿਰ ਉਹ ਸੱਤਾ ਦਾ ਦੁਰਉਪਯੋਗ ਕਰਦੇ ਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਕਿਉਂਕਿ ਪੰਜਾਬ ਇਜ਼ ਅ ਫੁੱਲ ਫਲੈਜ ਸਟੇਟ, ਦਿੱਲੀ ਦੀ ਤਰ੍ਹਾਂ ਸੈਮੀ ਸਟੇਟ ਨਹੀਂ ਤੁਸੀਂ ਕਹਿ ਸਕਦੇ। ਉੱਥੇ ਫਿਰ ਹੁਣ ਉਹ ਗਵਰਨਰ ਦੇ ਥਰੂ, ਕਿਉਂਕਿ ਹੋਰ ਤਾਂ ਕੋਈ ਹੱਲ ਹੈ ਨਹੀਂ, ਸਾਡੇ ਕੋਲ ਐਬਸੋਲਿਊਟ ਮੈਜੋਰਟੀ ਹੈ, ਵਾਸਟ ਮੈਜੋਰਟੀ ਹੈ। ਉੱਥੇ ਫਿਰ ਕਿਆ ਉਹ ਗਵਰਨਰ ਸਾਹਿਬ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਚੀਜ਼ਾਂ ਦੇ ਕਾਰਨ ਸਾਨੂੰ ਲੋਕਾਂ ਨੂੰ ਦੱਸਣਾ ਪੈਂਦਾ ਕਿ ਆਹ ਕੁਝ ਸਾਡੇ ਨਾਲ ਹੋ ਰਿਹਾ, ਕਿਉਂਕਿ ਜਵਾਬ ਦੇ ਤਾਂ ਅਸੀਂ ਲੋਕਾਂ ਪ੍ਰਤੀ ਹੈ ਨਾ ਜੀ, ਬਿਲਕੁਲ ਸੰਵਿਧਾਨ ਪ੍ਰਤੀ ਹੈ ਜੀ। ਪਾਸੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਇਸ ਮੁੱਦੇ ਤੇ ਬੇਬਾਕ ਆਪਣੀ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਏਸੀ ਬਿਕਰਮਜੀਤ ਸਿੰਘ ਪਾਸੀ ਕਹਿੰਦੇ ਉਮੀਦਾਂ ਬਹੁਤ ਨੇ ਪਰ ਕੇਂਦਰ ਸਰਕਾਰ ਦੇ ਨਿਸ਼ਾਨੇ ਵੀ ਸਾਥ ਦਿੱਤੇ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ। ਨਜ਼ਰੀਆ ਬਿਯੋਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।